ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਣੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਵੀਂ ਸ਼੍ਰੇਣੀ ਦੇ ਤੀਜੇ ਚੈਪਟਰ ਜਿਸ ਦਾ ਨਾਮ ਹੈ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਦੇ ਤੀਜੇ ਭਾਗ ਦੀ। ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜਿਸ ਟੌਪਿਕ ਤੇ ਉਸ ਦਾ ਨਾਮ ਹੈ ਮਹੱਤਮ ਸਮਾਵਰਤਕ ਯਾਨੀ ਕਿ HCF ਹਾਈਐਸਟ ਕਾਮਨ ਫੈਕਟਰ। ਤਾਂ ਇਸ ਭਾਗ ਦੇ ਵਿੱਚ ਆਪਾਂ ਮਹੱਤਮ ਸਮਾਵਰਤਕ ਨਾਲ ਸੰਬੰਧਿਤ ਕੁਝ ਸਵਾਲਾਂ ਨੂੰ ਹੱਲ ਕਰਨ ਦੀ ਵਿਧੀ ਸਿੱਖਾਂਗੇ। ਤਾਂ ਮਹੱਤਮ ਸਮਾਵਰਤਕ ਕੱਢਣ ਦੀਆਂ ਜਿਹੜੀਆਂ ਹਨ ਬੇਸਿਕਲੀ ਉਹ ਤਿੰਨ ਵਿਧੀਆਂ ਹਨ ਤੇ ਉਹ ਤਿੰਨੇ ਵਿਧੀਆਂ ਜਿਹੜੀਆਂ ਹਨ ਤੁਹਾਡੇ ਸਾਹਮਣੇ ਬੋਰਡ ਦੇ ਉੱਤੇ ਡਿਸਪਲੇ ਹਨ। ਜਿਹੜੀ ਪਹਿਲੀ ਵਿਧੀ ਹੈ ਉਹ ਹੈ ਗੁਣਨਖੰਡ ਵਿਧੀ ਜਿਸ ਨੂੰ ਫੈਕਟਰ ਮੈਥਡ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ। ਤੇ ਜਿਹੜੀ ਦੂਸਰੀ ਵਿਧੀ ਹੈ ਉਹ ਹੈ ਅਭਾਜ ਗੁਣਨਖੰਡ ਵਿਧੀ ਜਿਸ ਨੂੰ ਪ੍ਰਾਈਮ ਫੈਕਟਰ ਮੈਥਡ ਕਿਹਾ ਜਾਂਦਾ ਹੈ। ਤੇ ਤੀਜੀ ਵਿਧੀ ਹੈ ਭਾਗ ਵਿਧੀ ਜੋ ਕਿ ਜਿਸ ਨੂੰ ਆਪਾਂ ਡਿਵੀਜ਼ਨ ਮੈਥਡ ਕਹਾਂਗੇ। ਤਾਂ ਅੱਜ ਆਪਾਂ ਇਸ ਭਾਗ ਦੇ ਵਿੱਚ ਪਹਿਲੀ ਵਿਧੀ ਜਿਹੜੀ ਹੈ ਉਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ, ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਗੁਣਨਖੰਡ ਵਿਧੀ ਨਾਲ ਮਹੱਤਮ ਸਮਾਵਰਤਕ ਦੇ ਸਵਾਲਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ। ਤਾਂ ਅਗਲੀਆਂ ਜਿਹੜੀਆਂ ਦੋ ਵਿਧੀਆਂ ਹਨ ਉਹ ਆਪਾਂ ਅਗਲੇ ਭਾਗਾਂ ਦੇ ਵਿੱਚ ਇਹਨਾਂ ਨੂੰ ਹੱਲ ਕਰਾਂਗੇ। ਤਾਂ ਅੱਜ ਲਈ ਜਿਹੜੀ ਆਪਣੀ ਵਿਧੀ ਰਹੇਗੀ ਉਹ ਰਹੇਗੀ ਗੁਣਨਖੰਡ ਵਿਧੀ ਫੈਕਟਰ ਮੈਥਡ। ਤਾਂ ਫੈਕਟਰ ਮੈਥਡ ਕੀ ਹੈ? ਫੈਕਟਰ ਮੈਥਡ ਰਾਹੀਂ ਅਸੀਂ ਕਿਵੇਂ ਮੌਸਵ ਜਾਂ HCF ਪ੍ਰਾਪਤ ਕਰ ਸਕਦੇ ਹਾਂ? ਤਾਂ ਦੇਖੋ ਇਸ ਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਗੁਣਨਖੰਡ, ਤਾਂ ਗੁਣਨਖੰਡ ਆਪਾਂ ਨੂੰ ਬਣਾਉਣੇ ਪੈਣਗੇ, ਉਸ ਤੋਂ ਬਾਅਦ ਹੀ HCF ਆਪਾਂ ਪ੍ਰਾਪਤ ਕਰ ਸਕਦੇ ਹਾਂ। ਤਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਜਿਹਦੇ ਵਿੱਚ ਆਪਾਂ HCF ਫਾਈਂਡ ਆਊਟ ਕਰਾਂਗੇ। ਤਾਂ ਦੇਖੋ ਇੱਕ ਐਗਜ਼ਾਮਪਲ ਹੈ, ਜੇ ਮੈਂ ਕਹਾਂ ਕਿ 6 ਅਤੇ 9 ਦਾ ਮੌਸਵ ਯਾਨੀ ਕਿ HCF ਪਤਾ ਕਰੋ। ਠੀਕ ਹੈ ਜੀ, 6 ਅਤੇ 9 ਦਾ ਆਪਾਂ ਮੌਸਵ ਪਤਾ ਕਰਨਾ ਹੈ। ਤਾਂ ਦੇਖੋ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਆਪਾਂ 6 ਦੇ ਕੀ ਬਣਾਵਾਂਗੇ, ਫੈਕਟਰ ਬਣਾਵਾਂਗੇ। ਉਸ ਦੇ ਫੈਕਟਰ ਲੱਭਾਂਗੇ ਕਿ ਉਸ ਨੂੰ ਭਾਗ ਕਰਨ ਵਾਲੀਆਂ ਕਿਹੜੀਆਂ ਸੰਖਿਆਵਾਂ ਹਨ, ਕਿਉਂਕਿ ਕਿਸੇ ਵੀ ਸੰਖਿਆ ਨੂੰ ਜਿਹੜੀਆਂ ਵੀ ਸੰਖਿਆਵਾਂ ਭਾਗ ਕਰਦੀਆਂ ਹਨ ਉਹ ਉਸ ਦੇ ਗੁਣਨਖੰਡ ਹੁੰਦੇ ਹਨ ਜਾਂ ਆਪਾਂ ਕਹਿ ਦਿੰਦੇ ਹਾਂ ਉਸ ਦੇ ਫੈਕਟਰ ਹੁੰਦੇ ਹਨ। ਤਾਂ 6 ਨੂੰ ਭਾਗ ਕਰਨ ਵਾਲੀਆਂ ਸੰਖਿਆਵਾਂ, ਦੇਖੋ ਆਪਾਂ ਕੱਲ ਅਭਾਜ ਸੰਖਿਆਵਾਂ ਕੀਤੀਆਂ ਸੀ, ਉਹਦੇ ਵਿੱਚ ਸਾਰੀਆਂ ਹੀ ਗੱਲਾਂ ਡਿਸਕਸ ਕਰ ਲਈਆਂ ਸੀ। ਤਾਂ 6 ਨੂੰ ਭਾਗ ਕਰਨ ਵਾਲੀਆਂ ਜਿਹੜੀਆਂ ਸੰਖਿਆਵਾਂ ਹੋਣਗੀਆਂ ਉਹ ਕਿਹੜੀਆਂ ਹੋਣਗੀਆਂ? ਦੇਖੋ 6 ਨੂੰ 1 ਵੀ ਭਾਗ ਕਰੇਗਾ, 2 ਵੀ ਭਾਗ ਕਰੇਗਾ, 3 ਵੀ ਭਾਗ ਕਰੇਗਾ ਤੇ 6 ਵੀ ਭਾਗ ਕਰੇਗਾ। ਤਾਂ ਇਹ ਨੇ 6 ਦੇ ਗੁਣਨਖੰਡ। ਉਸੇ ਤਰੀਕੇ ਨਾਲ ਆਪਾਂ 9 ਦੇ ਗੁਣਨਖੰਡ ਬਣਾਈਏ ਤਾਂ 9 ਨੂੰ 1 ਭਾਗ ਕਰਦਾ, 3 ਭਾਗ ਕਰਦਾ ਤੇ ਉਸ ਤੋਂ ਬਾਅਦ 9 ਨੂੰ 9 ਭਾਗ ਕਰਦਾ। ਇਹ ਨੇ 9 ਦੇ ਗੁਣਨਖੰਡ। ਤਾਂ ਹੁਣ ਦੇਖੋ 6 ਦੇ ਵੀ ਗੁਣਨਖੰਡ ਆਪਣੇ ਕੋਲੇ ਹਨ ਤੇ 9 ਦੇ ਵੀ ਗੁਣਨਖੰਡ ਹਨ। ਇਹ ਹੈ ਗੁਣਨਖੰਡ ਬਣਾਉਣ ਦਾ ਤਰੀਕਾ। ਤਾਂ ਇੱਕ ਤਰੀਕੇ ਨਾਲ ਆਪਾਂ ਹੋਰ ਵੀ ਜਿਹੜੇ ਹੈ ਉਹ ਗੁਣਨਖੰਡ ਬਣਾ ਸਕਦੇ ਹਾਂ। ਇਹ ਛੋਟੀਆਂ ਸੰਖਿਆਵਾਂ ਹਨ, ਇਸ ਲਈ ਆਪਾਂ ਇਸ ਤਰੀਕੇ ਨਾਲ ਇਹਨਾਂ ਦੇ ਗੁਣਨਖੰਡ ਬਣਾ ਲਏ। ਪਰ ਜਦੋਂ ਸੰਖਿਆਵਾਂ ਵੱਡੀਆਂ ਹੋ ਜਾਣਗੀਆਂ ਤਾਂ ਤੁਹਾਨੂੰ ਇਸ ਤਰੀਕੇ ਨਾਲ ਗੁਣਨਖੰਡ ਬਣਾਉਣ ਦੇ ਵਿੱਚ ਥੋੜ੍ਹੀ ਮੁਸ਼ਕਿਲ ਆਏਗੀ। ਉਹ ਦੂਸਰਾ ਤਰੀਕਾ ਕੀ ਹੈ? ਉਹ ਇਸ ਤਰ੍ਹਾਂ, ਉਹ ਤਰੀਕਾ ਜਿਹੜਾ ਹੈ ਉਹ ਮੈਂ ਇੱਧਰ ਲਿਖਣ ਜਾ ਰਿਹਾ। ਦੇਖੋ ਕਿਵੇਂ, ਮੈਂ ਇੱਥੇ ਲਿਖਿਆ 6 ਦੇ ਜੇਕਰ ਆਪਾਂ ਗੁਣਨਖੰਡ ਬਣਾਉਣੇ ਹੋਣ ਤਾਂ ਸਭ ਤੋਂ ਪਹਿਲਾਂ ਦੇਖੋ ਤੁਸੀਂ ਲਿਖੋਗੇ 1 ਗੁਣਾ 6 ਯਾਨੀ ਕਿ ਪਹਿਲਾ ਗੁਣਨਖੰਡ ਲਿਖੋਗੇ 6 ਦਾ। 6 ਨੂੰ ਆਪਾਂ ਗੁਣਨਫਲ ਦੇ ਰੂਪ 'ਚ ਲਿਖਣਾ ਹੈ। ਠੀਕ ਹੈ, 6 ਨੂੰ ਆਪਾਂ ਗੁਣਨਫਲ ਦੇ ਦੋ ਸੰਖਿਆਵਾਂ ਦੇ ਗੁਣਨਫਲ ਦੇ ਰੂਪ 'ਚ। ਤਾਂ ਸਭ ਤੋਂ ਪਹਿਲਾਂ 1 ਨੂੰ ਹੀ ਲਾਂਗੇ ਆਪਾਂ। 1 ਨੂੰ ਕਿਹਦੇ ਨਾਲ ਗੁਣਾ ਕਰੀਏ ਕਿ 6 ਆਵੇ ਤਾਂ 6 ਨਾਲ ਗੁਣਾ ਕਰਾਂਗੇ। ਉਸ ਤੋਂ ਬਾਅਦ ਦੇਖੋ ਇਹ 2 ਜਿਹੜਾ 6 ਦਾ ਅਗਲਾ ਗੁਣਨਖੰਡ ਹੈ ਉਹ 2 ਹੈ ਤਾਂ 2 ਨੂੰ ਕਿਸ ਨਾਲ ਗੁਣਾ ਕਰਾਂਗੇ? 3 ਨਾਲ ਗੁਣਾ ਕਰਾਂਗੇ ਤਾਂ 6 ਆ ਜਾਏਗਾ। ਉਸ ਤੋਂ ਬਾਅਦ ਦੇਖੋ 6 ਦਾ ਜਿਹੜਾ ਅਗਲਾ ਗੁਣਨਖੰਡ ਹੈ ਉਹ 3 ਹੈ। 3 ਨੂੰ ਆਪਾਂ 2 ਨਾਲ ਗੁਣਾ ਕਰਾਂਗੇ ਤਾਂ 6 ਆ ਜਾਏਗਾ। ਉਸ ਤੋਂ ਬਾਅਦ 3 ਤੋਂ ਬਾਅਦ ਜਿਹੜਾ 6 ਦਾ ਅਗਲਾ ਗੁਣਨਖੰਡ ਕਿਹੜਾ ਹੈ? 6 ਹੈ। ਤਾਂ 6 ਨੂੰ ਜਦੋਂ ਆਪਾਂ 1 ਨਾਲ ਗੁਣਾ ਕਰਾਂਗੇ ਤਾਂ 6 ਆ ਜਾਊਗਾ। ਇਹ ਬਣ ਗਏ 6 ਦੇ ਗੁਣਨਖੰਡ। ਠੀਕ ਹੈ ਜੀ, ਕਿਸ ਤਰ੍ਹਾਂ ਕਿਹੜੇ ਗੁਣਨਖੰਡ ਬਣੇ? ਗੁਣਨਖੰਡਾਂ ਨੂੰ ਧਿਆਨ ਨਾਲ ਦੇਖੋ। ਪਹਿਲਾਂ ਸੀ 1 ਗੁਣਾ 6, ਫਿਰ ਹੈ 2 ਗੁਣਾ 3 ਤੇ ਉਸ ਤੋਂ ਬਾਅਦ ਦੇਖੋ ਕੀ ਲਿਖਿਆ ਹੈ? 3 ਗੁਣਾ 2 ਯਾਨੀ ਕਿ ਪਹਿਲਾਂ 2 ਗੁਣਾ 3 ਸੀ, ਹੁਣ 3 ਗੁਣਾ 2 ਹੈ। ਤਾਂ ਗੁਣਨਖੰਡਾਂ ਨੇ ਪਲਟੀ ਲਗਾ ਲਈ, ਪਲਟੀ ਮਾਰ ਲਈ, ਯਾਨੀ ਕਿ 3 ਇੱਧਰ ਆ ਗਿਆ, 2 ਉੱਧਰ ਚਲਾ ਗਿਆ। ਤੇ ਉਸ ਤੋਂ ਬਾਅਦ ਵਾਲੇ ਵੀ ਦੇਖੋ ਧਿਆਨ ਨਾਲ, ਪਹਿਲਾਂ 1 ਗੁਣਾ 6 ਸੀ, ਇੱਥੇ 6 ਗੁਣਾ 1 ਹੋ ਗਿਆ। ਤਾਂ ਇਸ ਵਾਲੇ ਜਿਹੜੇ ਗੁਣਨਖੰਡ ਹੈ ਇਹਨਾਂ ਦੀ ਪਲਟੀ ਮਾਰੀ ਹੈ ਨਾ ਉੱਪਰ ਵਾਲਿਆਂ ਦੀ। ਤਾਂ ਐਸੇ ਚੀਜ਼ ਨੂੰ ਹੀ ਆਪਾਂ ਅੱਗੇ ਲੈ ਕੇ ਵੱਡੀਆਂ ਸੰਖਿਆਵਾਂ ਦੇ ਵਿੱਚ ਚੱਲਾਂਗੇ। ਤਾਂ ਇਹ ਜਿਹੜੇ 6 ਦੇ ਗੁਣਨਖੰਡ ਬਣੇ ਉਹ ਕਿਹੜੇ ਬਣੇ? ਬਸ ਤੁਸੀਂ ਇਹ ਯਾਦ ਰੱਖਣਾ ਹੈ, ਜਿਹੜੀ ਪਹਿਲੀ ਲਾਈਨ ਹੈ ਇਹ 6 ਦੇ ਗੁਣਨਖੰਡ ਹਨ। ਕਿਹੜੇ? 1 2 3 ਤੇ 6। ਦੇਖੋ 1 2 3 ਤੇ 6। ਉਸੇ ਤਰੀਕੇ ਨਾਲ ਆਪਾਂ 9 ਦੇ ਗੁਣਨਖੰਡ ਵੀ ਇੱਥੇ ਬਣਾ ਸਕਦੇ ਹਾਂ। ਕਿਵੇਂ? 1 ਗੁਣਾ 9, ਉਸ ਤੋਂ ਬਾਅਦ 2 ਦੇ ਪਹਾੜੇ ਤੇ 9 ਭਾਗ ਨਹੀਂ ਹੁੰਦਾ। ਉਸ ਤੋਂ ਬਾਅਦ 3 ਦੇ ਪਹਾੜੇ ਤੇ ਕਿੱਥੇ ਆਉਂਦਾ ਹੈ? 3 ਦੇ ਪਹਾੜੇ ਤੇ 3 ਤੇ ਆਉਂਦਾ, 3 ਤੀਏ 9 ਤੇ ਉਸ ਤੋਂ ਬਾਅਦ 9 ਜਿਹੜਾ ਹੈ ਆਪਣੇ ਆਪ ਦੇ ਪਹਾੜੇ ਤੇ ਹੀ ਆਉਂਦਾ ਹੈ 9 ਏਕਮ 9। ਤਾਂ ਇੱਥੇ ਤਾਂ ਬਰਾਬਰ ਸੀ, ਦੇਖੋ 3 ਏਕਮ 3। ਤਾਂ ਜਿਹੜੇ ਇਹਨਾਂ ਨੇ ਪਲਟੀ ਮਾਰ ਲਈ, ਇਹ 1 ਗੁਣਾ 9 ਸੀ, ਇਹ 9 ਗੁਣਾ 1 ਹੋ ਗਿਆ। ਤਾਂ ਜਿਹੜੇ 9 ਦੇ ਗੁਣਨਖੰਡ ਕੀ ਬਣੇ? 1 3 ਤੇ 9। ਇੱਥੇ ਵੀ ਆਪਾਂ ਇਹੀ ਬਣਾਏ ਸੀ, ਦੇਖੋ 1 3 ਤੇ 9। ਤਾਂ ਆਪਾਂ ਜਦੋਂ ਵੱਡੀਆਂ ਸੰਖਿਆਵਾਂ ਆਉਣਗੀਆਂ ਤਾਂ ਇਸ ਤਰੀਕੇ ਨਾਲ ਗੁਣਨਖੰਡ ਜਿਹੜੇ ਹੈ ਉਹ ਬਣਾਵਾਂਗੇ।
ਤਾਂ ਇਹ ਸਿਰਫ ਜਿਹੜੀ ਐਗਜ਼ਾਮਪਲ ਲਈ ਹੈ ਮੈਂ, ਇਹ ਤੁਹਾਨੂੰ ਥੋੜਾ ਜਿਹਾ ਇੱਕ ਕਨਸੈਪਟ ਸਮਝਾਉਣ ਬਾਰੇ ਲਈ ਹੈ। ਤਾਂ ਉਹ ਕਨਸੈਪਟ ਕੀ ਹੈ ਤੁਹਾਨੂੰ ਅੱਗੇ ਕਲੀਅਰ ਹੋਏਗਾ, ਉਹ ਗੱਲ ਕੀ ਹੈ ਜਿਹੜੀ ਮੈਂ ਕਲੀਅਰ ਕਰਨਾ ਚਾਹੁੰਦਾ। ਤਾਂ ਦੇਖੋ, ਤਾਂ ਹੁਣ ਆਪਾਂ ਕੱਢਣਾ ਹੈ ਮ ਸ ਵ ਯਾਨੀ ਕਿ HCF ਕੱਢਣਾ ਹੈ ਆਪਾਂ, ਮ ਸ ਵ। ਤਾਂ ਦੇਖੋ HCF ਦੀ ਜਿਹੜੀ ਫੁੱਲ ਫਾਰਮ ਹੈ ਨਾ, ਉਹਦੇ ਤੇ ਧਿਆਨ ਦਿਓ ਕੀ ਲਿਖਿਆ ਹੈ। H ਦਾ ਮਤਲਬ ਹਾਈਐਸਟ, ਹਾਈਐਸਟ ਦਾ ਮਤਲਬ ਹੁੰਦਾ ਵੱਡੇ ਤੋਂ ਵੱਡਾ, ਯਾਨੀ ਕਿ ਸਭ ਤੋਂ ਵੱਡਾ। ਤੇ ਕਾਮਨ ਦਾ ਮਤਲਬ ਹੁੰਦਾ ਹੈ ਸਾਂਝਾ, ਤੇ ਫੈਕਟਰ ਦਾ ਮਤਲਬ ਹੁੰਦਾ ਹੈ ਗੁਣਨਖੰਡ। ਤਾਂ HCF ਦਾ ਪੂਰਾ ਜਿਹੜਾ ਮਤਲਬ ਹੈ ਮ ਸ ਵ ਦਾ, ਉਹ ਕੀ ਹੈ, ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ। ਤਾਂ ਤੁਸੀਂ ਇਹ ਦੇਖਣਾ ਹੈ ਇਹਨਾਂ ਦੇ ਵਿੱਚ 6 ਤੇ 9 ਦੇ ਵਿੱਚ ਜਿਹੜੇ ਗੁਣਨਖੰਡ ਲਿਖੇ ਹਨ, ਉਹਨਾਂ ਚੋਂ ਸਾਂਝੇ ਗੁਣਨਖੰਡ ਕਿਹੜੇ ਹਨ। ਤਾਂ ਸਾਂਝੇ ਗੁਣਨਖੰਡ ਦੇਖੋ ਕਿਹੜੇ ਹਨ, ਤੁਸੀਂ ਧਿਆਨ ਦਿਓ ਇਹਨਾਂ ਦੇ ਉੱਤੇ। ਦੇਖੋ ਇੱਕ ਵੀ ਇੱਧਰ ਵੀ ਹੈ ਤੇ ਇੱਕ ਇੱਧਰ ਵੀ ਹੈ, ਯਾਨੀ ਕਿ ਜਿਹੜਾ ਇੱਕ ਹੈ ਉਹ 6 ਦਾ ਵੀ ਗੁਣਨਖੰਡ ਹੈ, ਇੱਕ 9 ਦਾ ਵੀ ਗੁਣਨਖੰਡ ਹੈ, ਮਤਲਬ ਇੱਕ ਇਹਨਾਂ ਦੇ ਵਿੱਚ ਸਾਂਝਾ ਹੈ। ਤਾਂ ਸਾਂਝਾ ਗੁਣਨਖੰਡ ਇੱਕ ਤਾਂ ਹੋ ਗਿਆ ਇੱਕ। ਤਾਂ ਆਪਾਂ ਜਿਹੜੇ ਸਾਂਝੇ ਗੁਣਨਖੰਡ ਹੈ ਉਹ ਇਹਦੇ ਸਾਹਮਣੇ ਲਿਖੀ ਜਾਵਾਂਗੇ ਵੀ ਕਿਹੜੇ ਕਿਹੜੇ ਸਾਂਝੇ ਹੈ। ਉਸ ਤੋਂ ਬਾਅਦ ਦੇਖੋ ਦੋ ਇੱਧਰ ਤਾਂ ਹੈ ਪਰ ਇੱਧਰ ਨਹੀਂ ਹੈਗਾ, ਇਸ ਪਾਸੇ ਨਹੀਂ ਹੈਗਾ। 6 ਦਾ ਤਾਂ ਗੁਣਨਖੰਡ ਹੈ 2, 9 ਦਾ ਨਹੀਂ ਹੈਗਾ, ਇਸ ਲਈ ਆਪਾਂ ਇਸ ਨੂੰ ਸਾਂਝਾ ਗੁਣਨਖੰਡ ਨਹੀਂ ਕਹਾਂਗੇ। ਉਸ ਤੋਂ ਬਾਅਦ ਦੇਖੋ 3 6 ਦਾ ਵੀ ਗੁਣਨਖੰਡ ਹੈ, 3 9 ਦਾ ਵੀ ਗੁਣਨਖੰਡ ਹੈ, ਇਸ ਲਈ ਇਹ ਕਿਹੜਾ ਗੁਣਨਖੰਡ ਹੈ, ਇਹਨਾਂ ਦਾ ਸਾਂਝਾ ਗੁਣਨਖੰਡ ਹੈ। ਉਸ ਤੋਂ ਬਾਅਦ ਦੇਖੋ 6 ਦਾ ਗੁਣਨਖੰਡ ਹੈ, 9 ਦਾ ਨਹੀਂ ਹੈ, ਉਵੇਂ 9 ਦਾ ਹੈ, 6 ਦਾ ਨਹੀਂ ਹੈ। ਤਾਂ ਇਹ ਦੋ ਹੀ ਗੁਣਨਖੰਡ ਸਨ ਜਿਹੜੇ 6 ਤੇ 9 ਦੇ ਸਾਂਝੇ ਗੁਣਨਖੰਡ ਸਨ। ਤਾਂ ਦੇਖੋ ਹੁਣ ਆਪਾਂ ਇਹਨਾਂ ਤੋਂ ਸਾਂਝੇ ਗੁਣਨਖੰਡਾਂ ਤੋਂ HCF ਕੱਢਾਂਗੇ। HCF ਕਿਵੇਂ ਕੱਢਾਂਗੇ? HCF ਦਾ ਮਤਲਬ ਕੀ ਸੀ? ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ। ਦੇਖੋ ਆਪਣੇ ਕੋਲੇ ਦੋ ਗੁਣਨਖੰਡ ਹੈ, ਇਹਨਾਂ ਚੋਂ ਜਿਹੜਾ ਵੱਡਾ ਹੈ ਉਹ HCF ਹੈ। ਤਾਂ 1 ਤੇ 3 ਚੋਂ ਵੱਡੀ ਸੰਖਿਆ ਕਿਹੜੀ ਹੈ? 3। ਤਾਂ 3 ਜਿਹੜਾ ਹੈ ਉਹ 6 ਤੇ 9 ਦਾ ਮ ਸ ਵ ਹੈ, HCF ਹੈ। ਇਹ ਹੈ ਮ ਸ ਵ ਕੱਢਣ ਦਾ ਤਰੀਕਾ ਸਾਂਝੇ ਗੁਣਨਖੰਡਾਂ ਨਾਲ। ਤਾਂ ਇਸ ਦੀ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਦੇਖੋ ਥੋੜੀ ਜਿਹੀ ਵੱਡੀ ਐਗਜ਼ਾਮਪਲ ਲਾਂਗੇ ਆਪਾਂ। ਹਾਂਜੀ, ਅਗਲੀ ਐਗਜ਼ਾਮਪਲ ਦੇਖੋ ਧਿਆਨ ਨਾਲ। ਮੈਂ ਇੱਕ ਐਗਜ਼ਾਮਪਲ ਲੈਣਾ। ਮੈਂ ਸੰਖਿਆਵਾਂ ਲੀਆਂ 24, 32 ਤੇ 40। ਜੇਕਰ ਮੈਂ ਕਹਾਂ ਕਿ 24, 32 ਤੇ 40 ਦਾ ਤੁਸੀਂ ਮ ਸ ਵ ਪਤਾ ਕਰੋ, HCF ਪਤਾ ਕਰੋ, ਤਾਂ ਤੁਸੀਂ HCF ਦੇਖੋ ਕਿਵੇਂ ਪਤਾ ਕਰੋਗੇ। ਉਵੇਂ ਹੀ ਸਭ ਤੋਂ ਪਹਿਲਾਂ ਆਪਾਂ 24 ਦੇ, ਫਿਰ 32 ਤੇ ਫਿਰ 40 ਦੇ ਗੁਣਨਖੰਡ ਬਣਾਵਾਂਗੇ। ਪਹਿਲਾਂ ਦੇਖੋ 24 ਦੇ ਗੁਣਨਖੰਡ ਬਣਾਉਣ ਲੱਗਿਆ ਮੈਂ। ਤਾਂ 24 ਦੇ ਗੁਣਨਖੰਡ ਕੀ ਬਣਾਵਾਂਗਾ? ਸਭ ਤੋਂ ਪਹਿਲਾਂ ਆਪਾਂ ਇਸ ਨੂੰ ਦੋ ਗੁਣਨਫਲਾਂ ਦੇ ਰੂਪ ਚ ਲਿਖਾਂਗੇ, ਦੋ ਸੰਖਿਆਵਾਂ ਦੇ। ਤਾਂ ਇੱਕ ਨੂੰ ਮੈਂ ਕਿਸ ਦੇ ਨਾਲ ਗੁਣਾ ਕਰਾਂ ਕਿ 24 ਆਵੇ? ਤਾਂ 24 ਨਾਲ ਗੁਣਾ ਕਰਾਂਗਾ। 1 24 ਏਕਮ 24। ਉਸ ਤੋਂ ਬਾਅਦ ਦੇਖੋ 24 ਦਾ ਅਗਲਾ ਗੁਣਨਖੰਡ ਕੀ ਹੋਏਗਾ? 24 ਜਿਹੜਾ ਹੈ 2 ਤੇ ਭਾਗ ਹੁੰਦਾ ਹੈ ਨਾ। ਤਾਂ ਜਿਸਤ ਸੰਖਿਆ ਹੈ ਨਾ 24, ਜਿਹੜੀ ਜਿਸਤ ਸੰਖਿਆ ਹੁੰਦੀ ਹੈ ਉਹ 2 ਤੇ ਜ਼ਰੂਰ ਭਾਗ ਹੁੰਦੀ ਹੈ। ਤਾਂ ਜਦੋਂ 2 ਤੇ ਭਾਗ ਹੋਊਗੀ ਤਾਂ 12 ਦੂਣਾ 24 ਆਪਾਂ ਇਹਨੂੰ ਲਿਖ ਸਕਦੇ ਹਾਂ। ਉਸ ਤੋਂ ਬਾਅਦ 24 ਜਿਹੜਾ ਹੈ ਉਹ 3 ਤੇ ਭਾਗ ਹੁੰਦਾ ਹੈ। ਤਾਂ 3 ਤੇ ਕਿੱਥੇ ਆਉਂਦਾ ਹੈ? 3 8 24। ਉਸ ਤੋਂ ਬਾਅਦ 24 ਜਿਹੜਾ ਹੈ ਉਹ 4 ਤੇ ਵੀ ਭਾਗ ਹੁੰਦਾ ਹੈ, ਯਾਨੀ ਕਿ 4 ਵੀ ਇਹਦਾ ਗੁਣਨਖੰਡ ਹੈ। 4 ਛੀਕਾ 24। ਉਸ 4 ਤੋਂ ਬਾਅਦ ਦੇਖੋ ਇਹ 5 ਤੇ 24 ਨਹੀਂ ਆਉਂਦਾ। ਉਸ ਤੋਂ ਬਾਅਦ 6 ਦੇ ਪਹਾੜੇ ਤੇ 24 ਆਉਂਦਾ ਹੈ। 6 ਚੌਕਾ 24। ਤਾਂ ਹੁਣ ਤੁਸੀਂ ਧਿਆਨ ਨਾਲ ਦੇਖੋ, ਜਿਹੜੀ ਗੱਲ ਮੈਂ ਪਿਛਲੇ ਕੁਐਸਚਨ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇੱਥੇ ਬੜੀ ਵਧੀਆ ਤਰੀਕੇ ਨਾਲ ਸਮਝ ਲਓਗੇ। ਦੇਖੋ ਇੱਥੇ ਲਿਖਿਆ ਸੀ 4 ਗੁਣਾ 6, ਤੇ ਆਪਣੇ ਕੋਲੇ ਇਹੀ ਗੁਣਨਖੰਡਾਂ ਨੇ ਪਲਟੀ ਮਾਰ ਕੇ ਕੀ ਬਣ ਗਏ? 6 ਗੁਣਾ 4। ਯਾਨੀ ਕਿ ਜਿੱਥੇ ਵੀ ਪਲਟੀ ਵੱਜ ਗਈ ਉਸ ਤੋਂ ਬਾਅਦ ਜਿਹੜੇ ਅਗਲੇ ਗੁਣਨਖੰਡ ਬਣਨਗੇ ਤੁਸੀਂ ਇਹਨਾਂ ਦੀ ਪਲਟੀ ਮਰਾ ਕੇ ਉਹ ਗੁਣਨਖੰਡ ਪ੍ਰਾਪਤ ਕਰ ਸਕਦੇ ਹੋ। ਉਹ ਕਿਵੇਂ? ਦੇਖੋ 4 ਗੁਣਾ 6 ਦਾ ਬਣ ਗਿਆ 6 ਗੁਣਾ 4। ਤਾਂ ਜਿਹੜੇ ਅਗਲੇ ਗੁਣਨਖੰਡ ਹੋਣਗੇ ਉਹ ਕੀ ਹੋਣਗੇ? 3 ਗੁਣਾ 8 ਦਾ ਕੀ ਬਣ ਜਾਊਗਾ? 8 ਗੁਣਾ 3। ਉਸ ਤੋਂ ਬਾਅਦ ਦੇਖੋ 2 ਗੁਣਾ 12 ਕੀ ਹੋ ਜਾਊਗਾ? 12 ਗੁਣਾ 2। ਤੇ ਜਿਹੜਾ 1 ਗੁਣਾ 24 ਹੈ ਉਹ ਕੀ ਹੋ ਜਾਊਗਾ? 24 ਗੁਣਾ 1। ਤਾਂ ਇਸ ਤਰੀਕੇ ਨਾਲ ਦੇਖੋ ਇਹ ਆ ਗਏ 24 ਦੇ ਗੁਣਨਖੰਡ। ਕਿਹੜੇ? ਜਿਹੜੀ ਪਹਿਲੀ ਲਾਈਨ 'ਚ ਆਹ ਜਿਹੜੀ ਲਾਈਨ ਹੈ ਇਹ ਹਨ 24 ਦੇ ਗੁਣਨਖੰਡ। ਵੈਸੇ ਤਾਂ ਇਹ ਲਾਈਨ ਵੀ ਸਾਰੀ ਗੁਣਨਖੰਡਾਂ ਦੀ ਹੈ, ਇਹ ਉਲਟੇ ਲਿਖੇ ਹੋਏ ਹਨ, ਦੇਖੋ ਧਿਆਨ ਨਾਲ। ਤਾਂ ਇਹਨਾਂ ਗੁਣਨਖੰਡਾਂ ਨੂੰ ਦੇਖੋ, 24 ਨੂੰ 1 ਵੀ ਭਾਗ ਕਰਦਾ, 2 ਵੀ ਕਰਦਾ, 3 ਵੀ ਕਰਦਾ, 4 ਵੀ ਕਰਦਾ, 6 ਵੀ ਕਰਦਾ, 8 ਵੀ ਕਰਦਾ, 12 ਵੀ ਕਰਦਾ ਤੇ 24 ਵੀ ਕਰਦਾ। 12 ਤੇ 24 ਦੇ ਵਿਚਕਾਰ ਇਹੋ ਜਿਹੀ ਕੋਈ ਸੰਖਿਆ ਨਹੀਂ ਜਿਹੜੀ 24 ਨੂੰ ਭਾਗ ਕਰਦੀ ਹੋਵੇ। ਤਾਂ ਇਹ ਸਾਰੇ 24 ਦੇ ਕੀ ਆ ਗਏ? ਆਪਣੇ ਕੋਲੇ ਗੁਣਨਖੰਡ ਆ ਗਏ। ਇਸ ਤੋਂ ਬਾਅਦ ਦੇਖੋ ਆਪਾਂ 32 ਦੇ ਗੁਣਨਖੰਡ ਐਸੇ ਤਰੀਕੇ ਨਾਲ ਹੀ ਪ੍ਰਾਪਤ ਕਰਾਂਗੇ। ਤਾਂ ਪਹਿਲਾਂ 1 ਗੁਣਾ 32। ਉਸ ਤੋਂ ਬਾਅਦ ਦੇਖੋ 2 ਤੇ ਭਾਗ ਹੋ ਜਾਊਗਾ 32, ਕਿਉਂਕਿ ਜਿਸਤ ਸੰਖਿਆ ਹੈ। 16 ਦੂਣਾ 32। 32 3 ਤੇ ਭਾਗ ਨਹੀਂ ਹੁੰਦਾ, 4 ਤੇ ਭਾਗ ਹੋ ਜਾਊਗਾ। 4 8 32 ਹੈ ਨਾ।
4 8 32। ਉਸ ਤੋਂ ਬਾਅਦ 5 ਤੇ 32 ਭਾਗ ਨਹੀਂ ਹੁੰਦਾ, 6 ਤੇ 32 ਭਾਗ ਨਹੀਂ ਹੁੰਦਾ, 7 ਤੇ 32 ਭਾਗ ਨਹੀਂ ਹੁੰਦਾ, 8 ਤੇ ਆਉਂਦਾ, 8 ਚੌਕਾ 32। ਤਾਂ ਦੇਖੋ ਇੱਥੇ ਪਲਟੀ ਲਗਾ ਲਈ ਨਾ, 4 ਗੁਣਾ 8 ਤੇ 8 ਗੁਣਾ 4 ਆ ਗਿਆ ਆਪਣੇ ਕੋਲੇ। ਤਾਂ ਬਾਕੀ ਅਗਲੇ ਗੁਣਨਖੰਡ ਕੱਢਣ ਦੀ ਲੋੜ ਨਹੀਂ, ਆਪਾਂ ਸਿਰਫ ਉਤਲਿਆਂ ਨੂੰ ਪਲਟਾ ਦੇਵਾਂਗੇ। ਤਾਂ ਦੇਖੋ 4 ਗੁਣਾ 8 ਦਾ ਬਣ ਗਿਆ 8 ਗੁਣਾ 4। ਹੁਣ ਆਪਾਂ ਅਗਲਾ ਗੁਣਨਖੰਡ ਕੀ ਹੋਏਗਾ 16 ਗੁਣਾ 2, ਤੇ ਉਸ ਤੋਂ ਅਗਲਾ ਕੀ ਹੋਏਗਾ 32 ਗੁਣਾ 1। ਤਾਂ ਹੁਣ ਦੇਖੋ ਆਹ ਬਣ ਗਏ 32 ਦੇ ਗੁਣਨਖੰਡ। ਠੀਕ ਹੈ ਜੀ, ਕਿਹੜੇ ਕਿਹੜੇ? 32 1 ਤੇ ਵੀ ਭਾਗ ਹੁੰਦਾ, 2 ਤੇ ਵੀ ਹੁੰਦਾ, 4 ਤੇ ਵੀ ਹੁੰਦਾ, 8 ਤੇ ਵੀ ਹੁੰਦਾ, 8 ਚੌਕਾ 32, 16 ਤੇ ਵੀ ਭਾਗ ਹੁੰਦਾ, ਤੇ 32 32 ਤੇ ਵੀ ਭਾਗ ਹੁੰਦਾ। ਉਸੇ ਤਰੀਕੇ ਨਾਲ ਮੈਂ 40 ਦੇ ਗੁਣਨਖੰਡ ਲਵਾਂਗਾ। 40 ਦੇ ਗੁਣਨਖੰਡ ਕਿਵੇਂ? ਦੇਖੋ ਪਹਿਲਾਂ ਤਾਂ 1 ਗੁਣਾ 40, ਠੀਕ ਹੈ ਜੀ, 1 ਗੁਣਾ 40। ਉਸ ਤੋਂ ਬਾਅਦ ਦੇਖੋ 1 ਗੁਣਾ 40 ਤੋਂ ਬਾਅਦ 2 40 ਨੂੰ ਭਾਗ ਕਰੇਗਾ, ਕਿਉਂਕਿ 40 ਜਿਸ ਸੰਖਿਆ ਹੈ। ਤਾਂ 2 ਜਦੋਂ ਭਾਗ ਕਰੂਗਾ ਤਾਂ ਉੱਤਰ ਆਊਗਾ 20 20 ਦੁਣਾ 40। ਉਸ ਤੋਂ ਬਾਅਦ ਦੇਖੋ 3 40 ਨੂੰ ਭਾਗ ਨਹੀਂ ਕਰੂਗਾ, 40 ਨੂੰ ਕੌਣ ਭਾਗ ਕਰੂਗਾ? ਅੱਗੇ 4 ਭਾਗ ਕਰੂਗਾ। ਤਾਂ 4 ਨੂੰ ਦੇਖੋ 4 ਦਾ ਆਇਆ 40, ਠੀਕ ਹੈ ਜੀ। ਉਸ ਤੋਂ ਬਾਅਦ 4 ਤੋਂ ਬਾਅਦ 5 ਵੀ ਭਾਗ ਕਰੂਗਾ 40, ਕਿਉਂਕਿ 5 ਦੇ ਪਹਾੜੇ ਤੇ 40 ਆਉਂਦਾ ਹੈ, 5 8 40। ਤਾਂ ਉਸ 5 ਤੋਂ ਬਾਅਦ ਦੇਖੋ 6 ਦੇ ਪਹਾੜੇ ਤੇ 40 ਨਹੀਂ ਆਉਂਦਾ, 7 ਦੇ ਪਹਾੜੇ ਤੇ 40 ਨਹੀਂ ਆਉਂਦਾ, 8 ਦੇ ਪਹਾੜੇ ਤੇ 40 ਆਉਂਦਾ ਹੈ। ਤਾਂ ਧਿਆਨ ਨਾਲ ਦੇਖੋ ਪਲਟੀ ਜਿਹੜੀ ਹੈ ਉਹ ਵੱਜ ਗਈ ਹੈ। 5 ਗੁਣਾ 8 ਸੀ, ਇਹ 8 ਗੁਣਾ 5 ਹੋ ਗਿਆ। ਤਾਂ ਅਗਲੇ ਜਿਹੜੇ ਗੁਣਨਖੰਡ ਹੋਣਗੇ ਉਹ ਕੀ ਹੋਣਗੇ? 10 ਗੁਣਾ 4, 20 ਗੁਣਾ 2 ਤੇ 40 ਗੁਣਾ 1। ਤਾਂ ਇਹ ਜਿਹੜੇ ਗੁਣਨਖੰਡ ਆ ਗਏ, ਇਹ 40 ਦੇ ਗੁਣਨਖੰਡ ਆ ਗਏ ਆਪਣੇ ਕੋਲੇ, ਠੀਕ ਹੈ ਜੀ। ਤਾਂ 1 40 ਨੂੰ ਭਾਗ ਕਰਦਾ, 2 ਵੀ ਕਰਦਾ, 4 ਵੀ ਕਰਦਾ, 5 ਵੀ ਕਰਦਾ, 8 ਵੀ 40 ਨੂੰ ਭਾਗ ਕਰਦਾ, 10 ਚੌਕਾ 40, 20 ਚੌਕਾ 20 ਦੁਣਾ 40 ਤੇ 40 ਏਕਮ 40। ਇਹ ਸਾਰੇ 40 ਦੇ ਜਿਹੜੇ ਹਨ ਉਹ ਗੁਣਨਖੰਡ ਹਨ। ਹਾਂਜੀ, ਹੁਣ ਆਪਾਂ ਕੱਢਣਾ ਹੈ ਮ ਸ ਵ ਐਚ ਸੀ ਐਫ, ਠੀਕ ਹੈ। ਤਾਂ ਇਹ ਤਿੰਨੇ ਸੰਖਿਆਵਾਂ ਦਾ HCF ਕੱਢਣਾ ਹੈ। ਤਾਂ ਆਪਾਂ ਤਿੰਨੇ ਸੰਖਿਆਵਾਂ ਦੇ ਗੁਣਨਖੰਡ ਉਸ ਪਾਸੇ ਲਿਖ ਲੈਂਦੇ ਹਾਂ। ਦੇਖੋ ਕਿਹੜੇ? ਮੈਂ ਪਹਿਲਾਂ 24 ਦੇ ਗੁਣਨਖੰਡ ਲਿਖਣ ਲੱਗਿਆ। ਕਿਹੜੇ ਕਿਹੜੇ ਸੀ ਬਈ? 1 ਸੀ, ਉਸ ਤੋਂ ਬਾਅਦ 2 ਸੀ, ਫਿਰ 3 ਵੀ ਸੀ, ਫਿਰ 4 ਵੀ ਸੀ, 4 ਤੋਂ ਬਾਅਦ ਕਿਹੜਾ ਸੀ ਬਈ? 6 ਸੀ, 8 ਸੀ, 12 ਸੀ ਤੇ 24 ਆਪ। ਉਸ ਤੋਂ ਬਾਅਦ ਜੇਕਰ ਮੈਂ ਕਹਾਂ 32 ਦੇ ਗੁਣਨਖੰਡ ਕਿਹੜੇ ਸੀ, ਤਾਂ 32 ਦੇ ਗੁਣਨਖੰਡ ਦੇਖੋ ਕਿਹੜੇ ਸੀ? 1 ਸੀ, 2 ਸੀ, 4 ਸੀ, ਫਿਰ 8, ਫਿਰ 16 ਤੇ ਫਿਰ 32 ਆਪ। ਉਸ ਤੋਂ ਬਾਅਦ 40 ਦੇ ਗੁਣਨਖੰਡ ਲਿਖ ਲਓ। 40 ਦੇ ਗੁਣਨਖੰਡ ਕੀ ਹਨ? 1 2 4 5 8 10 20 ਤੇ 40। ਤਾਂ ਹੁਣ ਤੁਸੀਂ ਜਿਹੜੇ ਹੈ ਉਹ ਸਾਂਝੇ ਗੁਣਨਖੰਡ ਕੱਢਣੇ ਹਨ ਵੀ ਇਹਨਾਂ ਵਿੱਚੋਂ ਸਾਂਝੇ ਗੁਣਨਖੰਡ ਕਿਹੜੇ ਹਨ। ਸਾਂਝੇ ਗੁਣਨਖੰਡ ਦੇਖੋ, ਸਾਂਝਾ ਗੁਣਨਖੰਡ ਉਹੀ ਹੋਏਗਾ ਜਿਹੜਾ ਤਿੰਨਾਂ ਦੇ ਵਿੱਚ ਹੋਊਗਾ। 2 ਚ ਹੋਣ ਨਾਲ ਸਾਂਝਾ ਨਹੀਂ ਹੋ ਜਾਊਗਾ, ਤਿੰਨਾਂ ਦੇ ਵਿੱਚ ਉਹ ਸੰਖਿਆ ਹੋਣੀ ਚਾਹੀਦੀ ਹੈ, ਉਹ ਸਾਂਝੀ ਮੰਨੀ ਜਾਏਗੀ। ਤਾਂ ਦੇਖੋ ਸਭ ਤੋਂ ਪਹਿਲਾਂ 1 ਤਾਂ ਸਾਰਿਆਂ 'ਚ ਹੀ ਸਾਂਝਾ ਹੈ ਨਾ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ 2 ਦੀ। 2 ਵੀ ਸਾਂਝਾ ਹੈ, 2 ਇੱਥੇ ਵੀ ਹੈ, ਇੱਥੇ ਵੀ ਹੈ, ਇੱਥੇ ਵੀ ਹੈ, ਤਾਂ 2 ਵੀ ਸਾਂਝਾ ਹੈ। ਉਸ ਤੋਂ ਬਾਅਦ 3 ਦੀ ਗੱਲ ਕਰੀਏ ਤਾਂ 3 ਅਗਲੇ 'ਚ ਨਹੀਂ ਹੈਗਾ, ਬਸ ਇਹਨੂੰ ਛੱਡ ਦਿਓ, ਦੇਖਣ ਦੀ ਲੋੜ ਨਹੀਂ ਉਸ ਤੋਂ ਅੱਗੇ। 4 ਦੀ ਗੱਲ ਕਰੀਏ ਤਾਂ 4 ਹੈਗਾ, ਇੱਥੇ ਵੀ ਹੈਗਾ, ਇੱਥੇ ਵੀ ਹੈਗਾ, ਇੱਥੇ ਵੀ ਹੈਗਾ, ਤਾਂ 4 ਵੀ ਸਾਂਝਾ ਗੁਣਨਖੰਡ ਹੈ। ਉਸ ਤੋਂ ਬਾਅਦ ਦੇਖੋ 6 ਇਹਦੇ ਵਿੱਚ ਹੈ ਨਹੀਂ, ਬਸ ਤੀਜੇ 'ਚ ਵੇਖਣ ਦੀ ਤੁਹਾਨੂੰ ਲੋੜ ਨਹੀਂ, 6 ਹੈ ਨਹੀਂ ਸਾਂਝਾ ਗੁਣਨਖੰਡ। ਉਸ ਤੋਂ ਬਾਅਦ 6 ਨੂੰ ਛੱਡਤਾ ਆਪਾਂ। ਉਸ ਤੋਂ ਬਾਅਦ ਲਿਆ 8, ਤਾਂ 8 ਇਸ ਦੇ ਵਿੱਚ ਵੀ ਹੈ, ਇਸ ਦੇ ਵਿੱਚ ਵੀ ਹੈ ਤੇ ਇਸ ਦੇ ਵਿੱਚ ਵੀ ਹੈ, ਤਾਂ 8 ਜਿਹੜਾ ਹੈ ਉਹ ਸਾਂਝਾ ਗੁਣਨਖੰਡ ਹੈ। ਉਸ ਤੋਂ ਬਾਅਦ ਦੇਖੋ 12 ਇਸ ਦੇ ਵਿੱਚ ਨਹੀਂ ਹੈ, ਤਾਂ ਉਸ ਤੋਂ ਅੱਗੇ ਚੈੱਕ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ। 24 ਦੇਖੋ, 24 ਇਸ ਦੇ ਵਿੱਚ ਨਹੀਂ ਆਉਂਦਾ, ਤਾਂ ਅੱਗੇ ਵੀ ਤੁਹਾਨੂੰ ਚੈੱਕ ਕਰਨ ਦੀ ਕੋਈ ਲੋੜ ਨਹੀਂ, ਤੇ ਬਾਕੀਆਂ ਨੂੰ ਕਿਸੇ ਨੂੰ ਵੀ ਚੈੱਕ ਕਰਨ ਦੀ ਲੋੜ ਨਹੀਂ। ਸਿਰਫ ਤੁਸੀਂ ਪਹਿਲੀ ਲਾਈਨ ਨੂੰ ਬਾਕੀਆਂ ਨਾਲ ਮਿਲਾਉਣਾ ਹੈ, ਹੋਰ ਕਿਸੇ ਵੀ ਲਾਈਨ ਨੂੰ ਕਿਸੇ ਨਾਲ ਕੰਪੈਰੀਜ਼ਨ ਕਰਨ ਦੀ ਲੋੜ ਨਹੀਂ। ਤਾਂ ਇਹ ਜਿਹੜੇ ਆ ਗਏ 24 32 ਤੇ 40 ਦੇ ਜਿਹੜੇ ਸਾਂਝੇ ਗੁਣਨਖੰਡ ਆ ਗਏ। ਤਾਂ ਆਪਣਾ ਜਿਹੜਾ ਆਪਾਂ ਕੱਢਣ ਕੀ ਜਾ ਰਹੇ ਹਾਂ, ਆਪਾਂ HCF ਕੱਢਣ ਜਾ ਰਹੇ ਹਾਂ, ਮਤਲਬ ਹਾਈਐਸਟ ਕਾਮਨ ਫੈਕਟਰ। ਜਿਹੜਾ ਇਹਨਾਂ ਕਾਮਨ ਫੈਕਟਰਸ ਦੇ ਵਿੱਚੋਂ ਹਾਈਐਸਟ ਹੈ, ਵੱਡਾ ਹੈ, ਉਹ ਜਿਹੜਾ ਹੋਊਗਾ ਉਹ HCF ਹੋਊਗਾ। ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ? 1 2 4 ਤੇ 8 ਦੇ ਵਿੱਚੋਂ ਤਾਂ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ? 8 ਹੈ। ਇਸ ਲਈ ਆਪਾਂ ਕਹਾਂਗੇ ਕਿ 24 32 ਤੇ 40 ਦਾ ਜਿਹੜਾ ਮਹੱਤਮ ਸਮਾਵਰਤਕ, ਜਿਹਨੂੰ ਆਪਾਂ ਹਾਈਐਸਟ ਕਾਮਨ ਫੈਕਟਰ HCF ਕਹਿੰਦੇ ਆ, ਉਹ 8 ਹੋਏਗਾ। ਤਾਂ ਤੁਸੀਂ ਇਸ ਵਿਧੀ ਨੂੰ ਧਿਆਨ ਨਾਲ ਦੇਖਣਾ ਹੈ ਕਿ ਇਸ ਵਿਧੀ ਦੇ ਵਿੱਚ ਕੀ ਹੋ ਰਿਹਾ ਹੈ। ਦੇਖੋ ਜਿੰਨੇ ਵੀ ਗੁਣਨਖੰਡ ਬਣਨ ਜਾ ਰਹੇ ਹਨ ਇਸ ਵਿਧੀ ਦੇ ਵਿੱਚ, ਉਹ ਸਾਰੇ ਦੇ ਸਾਰੇ ਗੁਣਨਖੰਡ ਹਨ। ਕਿਵੇਂ? ਦੇਖੋ
ਆਪਾਂ ਇਸ ਵਿਧੀ ਦੇ ਵਿੱਚ ਜਿਹੜੇ ਜਿਹੜੇ ਗੁਣਨਖੰਡਾਂ ਨੂੰ ਲੈ ਰਹੇ ਹਾਂ ਉਹ ਕਿਹੜੇ ਕਿਹੜੇ ਗੁਣਨਖੰਡ ਹਨ। ਦੇਖੋ ਆਪਾਂ ਇੱਕ ਨੂੰ ਵੀ ਲੈ ਰਹੇ ਹਾਂ ਜਿਹੜਾ ਕਿ ਭਾਜ ਨਾ ਭਾਜ ਹੈ ਅਤੇ ਨਾ ਹੀ ਅਭਾਜ। ਆਪਾਂ ਉਹ ਗੁਣਨਖੰਡ ਵੀ ਲੈ ਰਹੇ ਹਾਂ ਜਿਹੜੇ ਅਭਾਜ ਹਨ, ਯਾਨੀ ਕਿ 2 ਵੀ ਹੈ, 2 ਹੈ, 3 ਹੈ। ਤੇ ਆਪਾਂ ਉਹਨਾਂ ਗੁਣਨਖੰਡਾਂ ਨੂੰ ਵੀ ਲੈ ਰਹੇ ਹਾਂ ਜਿਹੜੇ ਭਾਜ ਸੰਖਿਆਵਾਂ ਹਨ, ਭਾਜ ਵੀ ਹਨ, ਯਾਨੀ ਕਿ 4 ਜਿਹੜਾ ਭਾਜ ਸੰਖਿਆ ਹੈ, 6 ਭਾਜ ਸੰਖਿਆ ਹੈ, 8 ਭਾਜ ਸੰਖਿਆ ਹੈ। ਤਾਂ ਜਿਹੜੀ ਗੁਣਨਖੰਡ ਵਿਧੀ ਹੈ, ਇਸ ਵਿਧੀ ਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਹੀ ਗੁਣਨਖੰਡਾਂ ਨੂੰ ਲੈ ਕੇ ਚੱਲਦੇ ਹਾਂ। ਤਾਂ ਇਹ ਸੀ ਅੱਜ ਦਾ ਜਿਹੜਾ ਆਪਣਾ ਟੌਪਿਕ HCF ਮਹੱਤਮ ਸਮਾਵਰਤਕ, ਤੇ ਆਪਾਂ ਉਸ ਦੀ ਅੱਜ ਪਹਿਲੀ ਵਿਧੀ ਕੀਤੀ ਹੈ ਜਿਸ ਦਾ ਨਾਮ ਹੈ ਫੈਕਟਰ ਮੈਥਡ। ਇਸ ਨਾਲ ਸੰਬੰਧਿਤ ਜਿਹੜਾ ਹੋਮਵਰਕ ਤੁਹਾਡਾ ਰਹੇਗਾ ਉਹ ਦੇਖੋ, ਐਕਸਰਸਾਈਜ਼ ਹੋਮਵਰਕ ਦੇਖੋ, ਤਾਂ ਹੋਮਵਰਕ ਤੁਹਾਡਾ ਜਿਹੜਾ ਰਹੇਗਾ ਉਹ ਕੀ ਰਹੇਗਾ, ਐਕਸਰਸਾਈਜ਼ 3.2। ਇਸ ਐਕਸਰਸਾਈਜ਼ ਦੇ ਵਿੱਚ ਕੁਐਸਚਨ ਨੰਬਰ 1, ਕੁਐਸਚਨ ਨੰਬਰ 2, ਕੁਐਸਚਨ ਨੰਬਰ 3 ਤੇ ਕੁਐਸਚਨ ਨੰਬਰ 4, ਯਾਨੀ ਕਿ ਪਹਿਲੇ 4 ਕੁਐਸਚਨ ਜਿਹੜੇ ਹੈ ਉਹ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ। ਉਹ ਗੁਣਨਖੰਡ ਵਿਧੀ ਨਾਲ ਹੀ ਤੁਹਾਨੂੰ ਉਹਦੇ 'ਚ ਸਵਾਲ ਪੁੱਛੇ ਗਏ ਹਨ। ਜਿਹੜਾ ਪਹਿਲਾ ਕੁਐਸਚਨ ਹੈ ਉਹ ਰਹੇਗਾ ਤੁਹਾਡਾ ਕਿ ਉਸ ਦੇ ਵਿੱਚੋਂ ਤੁਸੀਂ ਭਾਜ ਸੰਖਿਆਵਾਂ ਛਾਂਟਣੀਆਂ ਹਨ। ਦੂਜੇ ਜਿਹੜੇ ਕੁਐਸਚਨ ਦੇ ਵਿੱਚ ਪਹਿਲੇ ਕੁਐਸਚਨ ਦੇ ਵਿੱਚ ਅਭਾਜ ਸੰਖਿਆਵਾਂ ਛਾਂਟਣੀਆਂ ਹਨ, ਤੇ ਦੂਜੇ ਕੁਐਸਚਨ 'ਚ ਕਿਹਾ ਜਾਊਗਾ ਕਿ ਭਾਜ ਸੰਖਿਆਵਾਂ ਨੂੰ ਛਾਂਟੋ, ਤੇ ਤੀਜਾ ਚੌਥਾ ਕੁਐਸਚਨ ਜਿਹੜਾ ਹੈ ਉਹ ਮਹਾਸਵ ਕੱਢਣ ਦਾ ਤੁਹਾਨੂੰ ਕਿਹਾ ਗਿਆ ਹੋਵੇਗਾ। ਕਿਹੜੀ ਵਿਧੀ ਨਾਲ? ਗੁਣਨਖੰਡ ਵਿਧੀ ਨਾਲ, ਫੈਕਟਰ ਮੈਥਡ ਨਾਲ ਤੁਹਾਨੂੰ ਮਹਾਸਵ ਕੱਢਣ ਲਈ ਕਿਹਾ ਜਾਵੇਗਾ। ਤਾਂ ਪਹਿਲੇ 4 ਕੁਐਸਚਨ ਜਿਹੜੇ ਹੈ ਉਹਨਾਂ ਦੇ ਅੱਗੇ ਭਾਗ ਵੀ ਹਨ, ਉਹ ਸਾਰੇ ਦੇ ਸਾਰੇ ਤੁਸੀਂ ਕਾਪੀਜ਼ 'ਤੇ ਕਰਨੇ ਹਨ। ਤਾਂ ਇਹ ਸੀ ਅੱਜ ਦਾ ਟੌਪਿਕ ਆਪਣਾ, ਤੇ ਹੁਣ ਦਿਓ ਮੈਨੂੰ ਇਜਾਜ਼ਤ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।